ਸਵਾਗਤ। ਮੈਂ ਹਰਜਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ ਔਰ ਮੇਰੇ ਨਾਲ ਨੇ ਸੀਨੀਅਰ ਪੱਤਰਕਾਰ ਰਜੀਵ ਭਾਸਕਰ ਸਾਹਿਬ ਜੀ ਆਇਆਂ। ਬਹੁਤ ਬਹੁਤ ਸ਼ੁਕਰੀਆ ਰੰਧਾਵਾ ਜੀ। ਭਾਸਕਰ ਸਾਹਿਬ, ਪੰਜਾਬ ਦੀ ਰਾਜਨੀਤੀ ਪਿਛਲੇ 2 ਦਿਨ ਤੋਂ ਦਿੱਲੀ ਸ਼ਿਫਟ ਹੋ ਗਈ ਸੀ। ਕੈਪਟਨ ਅਮਰਿੰਦਰ ਸਿੰਘ ਪਹਿਲਾਂ ਸੋਨੀਆ ਗਾਂਧੀ ਨੂੰ ਮਿਲਦੇ ਔਰ ਮੁੜ ਕੇ ਉਹ ਅਮਿਤ ਸ਼ਾਹ ਤੋਂ ਬਾਅਦ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਦੇ। ਇਹ ਮੁਲਾਕਾਤ ਸਿਰਫ ਇੱਕ ਰਸਮ ਸੀ, ਪੰਜਾਬ ਦੇ ਮਸਲਿਆਂ ਨੂੰ ਲੈ ਕੇ ਸੀ, ਜਾਂ ਉਹਨਾਂ ਦੀ ਪਾਰਟੀ ਨੂੰ ਵੀ ਇੱਕ ਸੁਨੇਹਾ ਸੀ। ਕੈਪਟਨ ਅਮਰਿੰਦਰ ਸਿੰਘ ਦੀ ਇਸ ਮੂਵ ਨੇ ਕਈ ਨਵੇਂ ਤਰ੍ਹਾਂ ਦੇ ਅਰਥ ਦਿੱਤੇ ਆ। ਮੈਂ ਤੁਹਾਡੇ ਤੋਂ ਇਹ ਜਾਣਨਾ ਹੈ ਕਿ ਕੀ ਕੈਪਟਨ ਅਮਰਿੰਦਰ ਸਿੰਘ ਆਉਂਦੇ ਦਿਨੀ ਜੇ ਪੰਜਾਬ ਦੇ ਵਿੱਚ ਉਹਨਾਂ ਨੂੰ ਕਿਸੇ ਸਿਆਸੀ ਤੂਫਾਨ ਦਾ ਸਾਹਮਣਾ ਕਰਨਾ ਪੈਂਦਾ ਤਾਂ ਕੇਂਦਰੀ ਹਾਕਮ ਉਹਨਾਂ ਦੇ ਹੱਕ 'ਚ ਖਲੋਣਗੇ? ਦੇਸ਼ ਦੀ ਰਾਜਨੀਤੀ ਵਿੱਚ ਪੰਜਾਬ ਦੇ ਬਾਰਡਰ ਸਟੇਟ ਹੋਣ ਨਾਲ ਤੇ ਦੇਸ਼ ਦੀ ਸੁਰੱਖਿਆ ਨਾਲ ਜੁੜੇ ਮਾਮਲੇ ਅਕਸਰ ਉੱਠਦੇ ਰਹਿੰਦੇ। ਕੀ ਇਹਨਾਂ ਮਾਮਲਿਆਂ ਨੂੰ ਪੰਜਾਬ ਦੀ ਰਾਜਨੀਤੀ ਵਿੱਚ ਅੱਗੇ ਵੱਧਦਾ ਵੇਖ ਸਕਦੇ ਹਾਂ ਜੇਕਰ ਰਾਜਨੀਤਿਕ ਹਾਲਾਤ ਆਪਣੇ ਹੱਥ 'ਚ ਜਾਂ ਆਪਣੇ ਪੱਖ 'ਚ ਨਹੀਂ ਹੁੰਦੇ? ਆਉਂਦੇ ਦਿਨ ਹੀ ਹਰੀਸ਼ ਰਾਵਤ ਦਾ ਕੈਪਟਨ ਅਮਰਿੰਦਰ ਸਿੰਘ ਔਰ ਨਵਜੋਤ ਸਿੰਘ ਸਿੱਧੂ 'ਚ ਪੁਲ ਬਣਨ ਦਾ ਜ਼ਿਕਰ ਆਉਣਾ, ਕੀ ਕਿਸੇ ਧਿਰ ਨੂੰ ਕਿਹਾ ਜਾਊਗਾ ਕਿ ਠੰਡ ਰੱਖ, ਹੌਲੀ ਚੱਲ, ਸਲੋ ਚੱਲ? ਕਿਸ ਮੁੱਦੇ ਤੇ ਸਹਿਮਤੀ ਬਣੂਗੀ ਜਦੋਂ ਕਿ ਇੱਕ ਧਰੁਵ ਆ ਪਾਰਟੀ ਪ੍ਰਧਾਨ, ਦੂਜਾ ਮੁੱਖ ਮੰਤਰੀ, ਦੋਨਾਂ ਦੀਆਂ ਪਾਵਰਸ ਅਲੱਗ-ਅਲੱਗ, ਇੱਕ ਸੰਗਠਨ ਦਾ, ਦੂਜਾ ਸਰਕਾਰ ਦਾ ਮੁਖੀ? ਇਹ ਵੱਡੇ ਸਵਾਲ ਆ ਕਿ ਕੀ ਆਉਂਦੇ ਦਿਨੀ ਕਾਂਗਰਸ ਵਿੱਚ, ਪੰਜਾਬ ਕਾਂਗਰਸ ਵਿੱਚ ਚਿਹਰਾ ਕੌਣ ਹੋਵੇਗਾ? ਆਉਂਦੀ ਇਲੈਕਸ਼ਨ ਦੇ ਵਿੱਚ ਲੀਡ ਕੌਣ ਕਰੇਗਾ? ਆਉਂਦੀ ਇਲੈਕਸ਼ਨ ਦੇ ਵਿੱਚ ਜਿੱਤਣ ਤੋਂ ਬਾਅਦ ਮੁੱਖ ਮੰਤਰੀ ਕੌਣ ਹੋਏਗਾ? ਜੇ ਜਿੱਤ ਜਾਂਦੇ, ਜੇ ਹਾਰ ਜਾਂਦੇ ਆ ਤੇ ਜ਼ਿੰਮੇਵਾਰੀ ਕੌਣ ਲਊਗਾ? ਦੋਵਾਂ 'ਚ ਸਵਾਲ ਬਹੁਤ ਵੱਡੇ ਨੇ, ਲੇਕਿਨ ਕੇਂਦਰੀ ਦਖਲ ਕੈਪਟਨ ਅਮਰਿੰਦਰ ਸਿੰਘ ਦੇ ਨਜ਼ਰੀਓਂ ਤੇ ਕਿਸਾਨੀ ਦੇ ਮਾਮਲੇ 'ਚ ਗੱਲਬਾਤ, ਇਹ ਬੜਾ ਅਹਿਮ ਸਵਾਲ ਆ ਜਿੱਥੇ ਮੈਂ ਅੱਗੇ ਗੱਲ ਤੋਰਨਾ ਚਾਹੂੰਗਾ ਕਿ ਕੈਪਟਨ ਅਮਰਿੰਦਰ ਸਿੰਘ ਦਾ ਕਿਸਾਨੀ ਲਈ ਪ੍ਰਧਾਨ ਮੰਤਰੀ ਨਾਲ ਗੱਲ ਕਰਨਾ, ਕੀ ਇਹ ਉਸੇ ਹੀ ਦਿਸ਼ਾ 'ਚ ਜਾ ਰਹੇ ਹਾਲਾਤ ਜਿਹੜੀ ਦਿਸ਼ਾ ਵਿੱਚ ਅਸੀਂ ਪਹਿਲਾਂ ਗੱਲ ਕਰਦੇ ਰਹੇ ਹਾਂ ਕਿ ਬੀਜੇਪੀ ਨੂੰ ਵਾਰਾ ਹੀ ਇਹ ਖਾਂਦਾ ਹੈ ਕਿ ਕੋਈ ਬਾਹਰੋਂ ਆਈ ਧਿਰ ਦੇ ਨਾਲ ਅੱਗੇ ਤੁਰਿਆ ਜਾਵੇ? ਰੰਧਾਵਾ ਜੀ, ਤੁਸੀਂ ਰਾਜਨੀਤਿਕ ਹਾਲਾਤ ਦੀ ਗੱਲ ਕੀਤੀ। ਜੇ ਅਗਰ ਪੰਜਾਬ ਦੇ ਰਾਜਨੀਤਿਕ ਹਾਲਾਤ ਦੀ ਗੱਲ ਕਰੀਏ ਤੇ ਕਾਂਗਰਸ ਦੇ ਵਿੱਚ ਇੱਕ ਬੜਾ ਵੱਡਾ ਕਨਫਿਊਜ਼ਨ ਖੜਾ ਹੋ ਗਿਆ, ਖਾਸ ਕਰਕੇ ਸਿੱਧੂ ਦੇ ਪੀਪੀਸੀਸੀ ਪ੍ਰਧਾਨ ਬਣਨ ਤੋਂ ਬਾਅਦ। 2022 ਦੇ ਵਿੱਚ ਕਾਂਗਰਸ ਦਾ ਮੁੱਖ ਮੰਤਰੀ ਦਾ ਚਿਹਰਾ ਕੌਣ ਹੋਏਗਾ? ਅਗਰ ਪੀਪੀਸੀਸੀ ਪ੍ਰਧਾਨਗੀ ਜਿਸ ਤਰੀਕੇ ਨਾਲ ਨਵਜੋਤ ਸਿੰਘ ਸਿੱਧੂ ਉਹਨਾਂ ਨੇ ਲਿੱਤੀ ਹੈ, ਲੱਗਦਾ ਤੇ ਹੈ ਕਿ ਉਹੀ ਅੱਗੇ ਚੱਲ ਕੇ ਆਪਣੇ ਪੰਜਾਬ ਦੇ ਮੁੱਖ ਮੰਤਰੀ ਦਾ ਚਿਹਰਾ ਕਾਂਗਰਸ ਵੱਲੋਂ ਬਣ ਸਕਦੇ ਨੇ। ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਉਹਨਾਂ ਦਾ ਕੀ ਬਣੂਗਾ? ਅਸੀਂ ਪਹਿਲੇ ਵੀ ਇਸ ਮੁੱਦੇ ਤੇ ਗੱਲ ਕਰ ਚੁੱਕੇ ਹਾਂ ਕਿ ਕੈਪਟਨ ਅਮਰਿੰਦਰ ਸਿੰਘ, ਖਾਸ ਕਰਕੇ ਭਾਜਪਾ, ਜਿਹਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਕਿਸਾਨੀ ਸੰਘਰਸ਼ ਕਰਕੇ ਪੰਜਾਬ ਦੇ ਵਿੱਚ ਰਾਜਨੀਤਿਕ ਜ਼ਮੀਨ ਉਹਨਾਂ ਦੀ ਬਹੁਤੀ ਨਹੀਂ ਹੈਗੀ, ਉਹ ਵੀ ਖਾਸ ਕਰਕੇ ਤਦ ਜਦ ਅਕਾਲੀ ਦਲ ਤੋਂ ਉਹ ਵੱਖ ਹੋ ਚੁੱਕੇ ਨੇ। ਇੱਦਾਂ ਦੇ ਹਾਲਾਤ ਵਿੱਚ ਬਾਰਡਰ ਸਟੇਟ ਦੇ ਵਿੱਚ ਬੀਜੇਪੀ ਚਾਹੇਗੀ ਕਿ ਉਹਦੀ ਕੋਈ ਫਰੈਂਡਲੀ ਸਰਕਾਰ ਜਾਂ ਫਰੈਂਡ ਮੁੱਖ ਮੰਤਰੀ ਬਣੇ, ਔਰ ਇਸ ਟਾਈਮ ਦੇ ਹਾਲਾਤ ਦੇ ਵਿੱਚ ਬੀਜੇਪੀ ਕਦੀ ਵੀ ਨਹੀਂ ਚਾਹੇਗੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਵਿੱਚ ਬਣੇ। ਬੀਜੇਪੀ ਕਦੀ ਵੀ ਨਹੀਂ ਚਾਹੇਗੀ ਕਿ ਨਵਜੋਤ ਸਿੰਘ ਸਿੱਧੂ, ਜੋ ਕਦੀ ਉਹਨਾਂ ਦੀ ਗੋਦੀ 'ਚ ਬੈਠੇ ਸੀਗੇ, ਅੱਜ ਕਾਂਗਰਸ ਦੀ ਵਾਹਵਾਹੀ ਕਰਦੇ ਨੇ, ਉਹ ਪੰਜਾਬ ਦੇ ਮੁੱਖ ਮੰਤਰੀ ਬਣੇ। ਇੱਦਾਂ ਦੇ ਹਾਲਾਤ ਵਿੱਚ ਅਕਾਲੀ ਦਲ ਤੋਂ ਵੱਖ ਹੋ ਕੇ ਉਹਨਾਂ ਨੂੰ ਕੈਪਟਨ ਅਮਰਿੰਦਰ ਸਿੰਘ ਹੀ ਸੂਟ ਕਰਦੇ ਨੇ, ਔਰ ਕੈਪਟਨ ਅਮਰਿੰਦਰ ਸਿੰਘ ਅਗਰ ਅੱਗੇ ਚੱਲ ਕੇ ਮੁੱਖ ਮੰਤਰੀ ਬਣਦੇ ਨੇ, ਭਾਵੇਂ ਉਹ ਬੀਜੇਪੀ ਦੇ ਕੈਂਪ ਦੀ ਸਪੋਰਟ ਨਾਲ ਹੋਣ ਜਾਂ ਬੀਜੇਪੀ ਦੀ ਪਾਰਟੀ ਦੇ ਵਿੱਚੋਂ ਖੜੇ ਹੋ ਕੇ ਹੋਣ, ਉਹ ਹਰ ਤਰੀਕੇ ਨਾਲ ਸੂਟ ਕਰਦੇ ਨੇ। ਕੁਝ ਦਿਨ ਪਹਿਲੇ ਜਦ ਮੁੱਖ ਮੰਤਰੀ ਰਾਜਪਾਲ ਨੂੰ ਮਿਲਣ ਗਏ ਸੀ ਤੇ ਕਈ ਅਟਕਲਾਂ ਲੱਗੀ ਸੀ। ਕੋਈ ਕਹਿੰਦਾ ਸੀਗਾ ਕਿ ਸ਼ਾਇਦ ਡੇਟ ਲੈਣ ਗਏ ਨੇ, ਉਹ ਡੇਟ ਇਹ ਵਾਲੀ ਸੀਗੀ ਕਿ ਵੀ ਜਿਹੜਾ ਕੈਬਨਿਟ ਰੀਸ਼ਫਲ ਜਾਂ ਕੈਬਨਿਟ ਐਕਸਪੈਂਸ਼ਨ ਹੋਣਾ ਉਹਦੀ ਡੇਟ ਐਡਵਾਂਸ ਵਿੱਚ ਲੈਣ ਚਲੇ ਗਏ ਨੇ, ਪਰ ਇੱਦਾਂ ਕਦੀ ਹੁੰਦਾ ਨਹੀਂ ਕਿ ਹਜੇ ਕੈਬਨਿਟ ਐਕਸਪੈਂਸ਼ਨ ਦੀ ਹਾਈ ਕਮਾਨ ਨੇ ਤੇ ਅਪਰੂਵਲ ਦਿੱਤੀ ਨਾ ਹੋਏ, ਉਹ ਰਾਜਪਾਲ ਦੇ ਵਿੱਚ ਕੋਲ ਉਹ ਪਹੁੰਚ ਜਾਣ ਕਿ ਵੀ ਸਾਨੂੰ ਡੇਟ ਦਿਓ, ਖਾਲੀ ਡੇਟ ਕਿਹੜੀ ਹੈਗੀ ਹੈ ਤੁਹਾਡੀ, ਤਾਂ ਕਿ ਅਸੀਂ ਕੈਬਨਿਟ ਐਕਸਪੈਂਸ਼ਨ ਕਰ ਚੁੱਕੀਏ। ਕੋਈ ਨਾ ਕੋਈ ਇਸ ਤਰ੍ਹਾਂ ਦੀ ਗੱਲ ਜ਼ਰੂਰ ਹੋਏਗੀ ਕਿ ਕੇਂਦਰ ਵੱਲੋਂ ਕੁਝ ਇਸ਼ਾਰਾ ਰਾਜਪਾਲ ਨੂੰ ਵੀ ਹੋਏਗਾ, ਔਰ ਉਸ ਮੀਟਿੰਗ ਦੇ ਵਿੱਚ ਕੁਝ ਗੱਲਾਂ ਇੱਦਾਂ ਦੀ ਜ਼ਰੂਰ ਹੋਣਗੀਆਂ ਜਿਹੜੀ ਅੱਗੇ ਚੱਲ ਕੇ ਪੰਜਾਬ ਦੀ ਰਾਜਨੀਤੀ ਦੇ ਵਿੱਚ ਇੱਕ ਵੱਡਾ ਮੋੜ ਲੈ ਕੇ ਆ ਸਕਦੀ ਹੈ। ਜੀ ਬਿਲਕੁਲ ਭਾਸਕਰ ਸਾਹਿਬ, ਤੁਸੀਂ ਬੜਾ ਅਹਿਮ ਨੁਕਤਾ ਉਠਾਇਆ। ਇਹਦੇ 'ਚ 2 ਪਹਿਲੂ ਆ। ਐਸੀ ਸਥਿਤੀ ਦੇ ਵਿੱਚ ਜਦੋਂ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਵਿੱਚ ਆਪਣੀ ਰਾਜਨੀਤਿਕ ਜ਼ਮੀਨ, ਤੁਸੀਂ ਜਿਵੇਂ ਕਿਹਾ, ਗਵਾ ਚੁੱਕੀ ਹੈ, ਜੇਕਰ ਕੈਪਟਨ ਅਮਰਿੰਦਰ ਸਿੰਘ ਨੂੰ ਉਸ ਖੇਮੇ ਵੱਲੋਂ ਅੱਗੇ ਵੱਧਦਿਆਂ ਵੇਖਦੇ ਹਾਂ ਤੇ ਮੈਨੂੰ ਲੱਗਦਾ ਇਹ ਤਾਂ ਅੱਜ ਦੇ ਦਿਨ 'ਚ ਇਹਨੂੰ ਕਿਆਸਣਾ ਠੀਕ ਨਹੀਂਗਾ। ਕੈਪਟਨ ਅਮਰਿੰਦਰ ਸਿੰਘ ਨੂੰ ਲਾਭ ਬੀਜੇਪੀ ਦੇ ਵਿੱਚ ਜਾ ਕੇ ਬਿਲਕੁਲ ਨਹੀਂ ਹੁੰਦਾ।
ਲੇਕਿਨ ਜੇਕਰ ਬੀਜੇਪੀ ਕੈਪਟਨ ਅਮਰਿੰਦਰ ਸਿੰਘ ਦੇ ਰਾਹੀਂ ਕਿਸਾਨਾਂ ਨਾਲ ਕੋਈ ਸਨਮਾਨਜਨਕ ਸਮਝੌਤੇ ਤੇ ਪਹੁੰਚਦੀ ਹੈ ਤੇ ਉਸ ਤੋਂ ਬਾਅਦ ਵੀ ਬੀਜੇਪੀ ਥੋੜੇ ਸਮੇਂ 'ਚ ਆਪਣੇ ਆਪ ਨੂੰ ਕਿਵੇਂ ਐਸਟੈਬਲਿਸ਼ ਕਰੂਗੀ ਪੰਜਾਬ 'ਚ, ਇਹ ਇੱਕ ਵੱਖਰੀ ਰਾਏ। ਲੇਕਿਨ ਜਿਵੇਂ ਪਿਛਲੇ ਦਿਨਾਂ 'ਚ ਸਿੱਧੂ ਨੇ ਸਾਫ਼ ਕਿਹਾ ਸੀ ਕਿ ਜੇ ਇਹਨਾਂ ਮੁੱਦਿਆਂ ਦੇ ਉੱਤੇ ਸਰਕਾਰ ਕੁਝ ਨਹੀਂ ਕਰਦੀ ਤਾਂ ਫਿਰ ਮੈਂ ਵਿਧਾਨ ਸਭਾ 'ਚ ਮਤਾ ਲੈ ਕੇ ਆਉਂਗਾ। ਹੁਣ ਵਿਧਾਨ ਸਭਾ ਦੇ ਵਿੱਚ ਤਾਂ ਮਤੇ ਬੇਭਰੋਸਗੀ ਦੇ ਹੁੰਦੇ ਆ, ਤੁਸੀਂ ਆਪਣੀ ਸਰਕਾਰ ਦੇ ਖਿਲਾਫ ਮਤਾ ਲਿਆਓਗੇ ਨਾ। ਜੇ ਸਰਕਾਰ ਤੁਹਾਡੀ ਕੰਮ ਨਹੀਂ ਕਰ ਰਹੀ, ਇਹਦਾ ਮਤਲਬ ਸਰਕਾਰ ਦੇ ਖਿਲਾਫ ਤੁਸੀਂ ਆਪਣੇ ਐਮਐਲਏਸ ਤੋਂ ਇੱਕ ਰੈਜ਼ੋਲੂਸ਼ਨ ਲਿਆ ਰਹੇ ਹੋ ਕਿ ਇਹ ਨਹੀਂ ਇੰਜ ਕਰ। ਐਸੀ ਸਥਿਤੀ ਜੇ ਕਦੇ ਬਣਦੀ ਆ ਕਿ ਮਤਾ ਕਿਸੇ ਮੁੱਦੇ ਤੇ ਆਉਣ ਦੀ ਬਜਾਏ ਸਰਕਾਰ ਦੇ ਖਿਲਾਫ ਆ ਜਾਂਦਾ, ਐਸੀ ਸਥਿਤੀ ਦੇ ਵਿੱਚ ਕੇਂਦਰ ਵਾਇਆ ਰਾਜਪਾਲ ਕਿਸੇ ਵਿਅਕਤੀ ਵਿਸ਼ੇਸ਼ ਦੀ, ਕਿਸੇ ਸਰਕਾਰ ਦੀ ਕਿੰਨੀ ਮਦਦ ਕਰ ਸਕਦਾ, ਇਹ ਸੰਵਿਧਾਨਕ ਪਹਿਲੂ ਆ। ਕਿ ਇਹ ਮਸਲੇ ਵੀ ਹੋਣਗੇ ਕਿ ਜੇਕਰ ਕਾਂਗਰਸ ਕੈਪਟਨ ਅਮਰਿੰਦਰ ਸਿੰਘ ਨੂੰ ਬਿਲਕੁਲ ਕਿਨਾਰੇ ਕਰਦੀ ਆ ਤਾਂ ਐਸੀ ਸਥਿਤੀ ਦੇ ਵਿੱਚ ਪੰਜਾਬ 'ਚ ਸੰਵਿਧਾਨਕ ਸੰਕਟ ਖੜਾ ਹੋ ਸਕਦਾ। ਉਸ ਮੌਕੇ ਤੇ ਰਾਜਪਾਲ ਦੀ ਭੂਮਿਕਾ ਬੜੀ ਪ੍ਰਮੁੱਖ ਹੁੰਦੀ ਆ। ਇਹ ਵੀ ਦਾਰਸ਼ਨਿਕ ਲੋਕ ਤੇ ਸਿਆਸੀ ਸੂਝ ਵਾਲੇ ਸਮਝਣ ਦਾ ਯਤਨ ਕਰ ਰਹੇ ਆ ਕਿ ਆਉਂਦੇ ਦਿਨੀ ਜੇ ਟਕਰਾਅ ਇਸ ਪੱਧਰ ਤੱਕ ਚਲੇ ਜਾਵੇ ਤਾਂ ਕੀ ਅਗਲੇ 6 ਮਹੀਨੇ 4 ਮਹੀਨੇ ਇਲੈਕਸ਼ਨ ਤੋਂ ਪਹਿਲਾਂ ਤੱਕ ਪੰਜਾਬ ਦੀ ਸਥਿਤੀ ਕਿਹੋ ਜਿਹੀ ਹੋਊਗੀ। ਕੀ ਬਾਰਡਰ ਸਟੇਟ ਹੋਣ ਕਰਕੇ ਜਿਸ ਤਰ੍ਹਾਂ ਦੀਆਂ ਘਟਨਾਵਾਂ ਦਾ ਜ਼ਿਕਰ ਹੋ ਰਿਹਾ, ਪੰਜਾਬ ਦੀ ਰਾਜਨੀਤੀ ਨੂੰ ਇੱਕ ਪਾਸੇ ਰੱਖ ਕੇ 6 ਮਹੀਨੇ ਤੱਕ ਰਾਸ਼ਟਰਪਤੀ ਰਾਜ ਦੀ ਗੱਲ ਵੀ ਹੋ ਸਕਦੀ ਹੈ। ਸੋ ਬੜੀਆਂ ਸਥਿਤੀਆਂ ਨੇ ਕਿ ਕਈ ਵਾਰੀ ਰਾਜਨੀਤਿਕ ਹਾਲਾਤ ਪੱਖ 'ਚ ਨਾ ਹੋਣ, ਵਾਰਾ ਨਾ ਖਾਂਦੇ ਹੋਣ ਤਾਂ ਕੋਈ ਵੀ ਮੂਵ ਚੱਲ ਲਓ, ਕੋਈ ਵੀ ਚਾਲ ਚੱਲ ਲਓ। ਸੋ ਇਹ ਪਹਿਲੂ ਕਿ ਕਿਸਾਨੀ ਮਸਲੇ ਕੈਪਟਨ ਅਮਰਿੰਦਰ ਸਿੰਘ ਰਾਹੀਂ ਹੱਲ ਕਰਾਉਣ ਦੀ ਕੋਸ਼ਿਸ਼ ਹੋਵੇ ਜਾਂ ਕੈਪਟਨ ਅਮਰਿੰਦਰ ਸਿੰਘ ਨੂੰ ਸਿੱਧੂ ਨਾਲ ਲੜਾਈ ਦੇ ਵਿੱਚ ਕਿਤੇ ਨੁਕਸਾਨ ਮੌਕੇ ਹਾਈਕਮਾਂਡ ਜਾਂ ਕੇਂਦਰੀ ਜਿਹੜੀ ਹਕੂਮਤ ਆ ਉਹ ਨਾਲ ਖੜ ਜੇ। ਹਾਈਕਮਾਂਡ ਤਾਂ ਮੈਂ ਗਲਤ ਸ਼ਬਦ ਵਰਤਿਆ, ਕੇਂਦਰੀ ਹਕੂਮਤ। ਦੂਜੇ ਬੰਨੇ ਪੰਜਾਬ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੂੰ ਕਿਨਾਰੇ ਕਰਨ ਤੋਂ ਪਹਿਲਾਂ ਕਾਂਗਰਸ ਦੀ ਹਾਈਕਮਾਂਡ ਇਹ ਸੋਚੇ ਕਿ ਇਹਦੇ ਪਿੱਛੇ ਇਹ ਕਿਤੇ ਪਾਰਟੀ ਦਾ ਵਿਭਾਜਨ ਨਾ ਹੋ ਜੇ, ਟੁੱਟ ਨਾ ਜਾਵੇ, ਕਿਉਂਕਿ ਦੂਜੇ ਪਾਸੇ ਵੀ ਤਾਰਾਂ ਜੁੜਦੀਆਂ। ਲੇਕਿਨ ਇਹਦਾ ਨੁਕਸਾਨ ਕੈਪਟਨ ਅਮਰਿੰਦਰ ਸਿੰਘ ਨੂੰ ਹੋ ਵੀ ਸਕਦਾ ਕਿ ਜੇਕਰ ਅੰਦਰੇ ਗੱਲ ਚੱਲੇ ਕਿ ਨਹੀਂ ਇਹਨਾਂ ਦੀਆਂ ਤਾਰਾਂ ਤਾਂ ਕਿਤੇ ਹੋਰ ਜੁੜੀਆਂ। ਪਰ ਉਪਰੀ ਨਜ਼ਰੇ ਇੱਕ ਪ੍ਰਧਾਨ ਮੰਤਰੀ ਦਾ ਇੱਕ ਮੁੱਖ ਮੰਤਰੀ ਨੂੰ ਮਿਲਣਾ ਇੱਕ ਰਸਮ ਵੀ ਆ। ਪੰਜਾਬ ਦੇ ਮੁੱਦਿਆਂ ਤੇ ਪ੍ਰਧਾਨ ਮੰਤਰੀ ਕੋਲ ਹੀ ਜਾਣਾ, ਹੋਰ ਕਿੱਥੇ ਜਾਣਾ, ਗ੍ਰਹਿ ਮੰਤਰੀ ਕੋਲ ਹੀ ਜਾਣਾ, ਇਹ ਪਹਿਲੂ ਆ। ਅਸੀਂ ਲੁਕਵੇਂ ਪਹਿਲੂਆਂ ਤੇ ਗੱਲ ਕਰ ਰਹੇ ਹਾਂ ਜਿਹੜੇ ਸਿਰਫ ਸਾਡੀ ਆਪਣੇ ਮਨ ਦੀ ਵੀ ਹੋ ਸਕਦੀ ਆ, ਲੇਕਿਨ ਸਿਆਸਤ ਦੇ ਵਿੱਚ ਸਭ ਸੰਭਵ ਤੇ ਸਭ ਸੰਭਾਵਿਤ ਹੁੰਦਾ। ਬਿਲਕੁਲ ਠੀਕ ਕਹਿ ਰਹੇ ਹੋ ਰੰਧਾਵਾ ਜੀ। ਅਸੀਂ ਜਿਹੜੀ ਗੱਲ ਕਹਿ ਰਹੇ ਹਾਂ ਉਹ ਕਿਸੇ ਆਧਾਰ ਤੇ ਬੇਸ ਹੈ, ਐਵੇਂ ਹਵਾ 'ਚ ਗੱਲ ਨਹੀਂ ਕਰ ਰਹੇ। ਤੁਹਾਨੂੰ ਯਾਦ ਹੋਏਗਾ 2017 ਤੋਂ ਪਹਿਲੇ ਜਦ ਬਾਜਵਾ ਉਹਨਾਂ ਪੀਪੀਸੀਸੀ ਪ੍ਰਧਾਨ ਹੁੰਦੇ ਸੀਗੇ ਤੇ ਕੈਪਟਨ ਅਮਰਿੰਦਰ ਸਿੰਘ ਨੇ ਲਗਭਗ ਆਪਣੀ ਪਾਰਟੀ ਬਣਾ ਹੀ ਲਈ ਸੀ ਔਰ ਉਹਨਾਂ ਦਾ ਅਲਾਈਅੰਸ ਵੀ ਬੀਜੇਪੀ ਨਾਲ ਹੋਣਾ ਤਕਰੀਬਨ ਤੈਅ ਸੀਗਾ। ਔਰ ਇਸ ਗੱਲ ਦਾ ਖੁਲਾਸਾ ਖੁਦ ਕੈਪਟਨ ਅਮਰਿੰਦਰ ਸਿੰਘ ਨੇ ਕੀਤਾ ਸੀਗਾ ਜੇ ਉਹਨਾਂ ਨੂੰ ਪੀਪੀਸੀਸੀ ਪ੍ਰਧਾਨ ਜਾਂ ਫਿਰ ਅਗਲੇ ਮੁੱਖ ਮੰਤਰੀ ਦੇ ਵਜੋਂ ਨਹੀਂ ਪ੍ਰੋਜੈਕਟ ਕੀਤਾ ਜਾਂਦਾ ਤੇ ਉਹ ਆਪਣੀ ਪਾਰਟੀ ਬਣਾ ਕੇ ਬੀਜੇਪੀ ਦੇ ਨਾਲ ਅਲਾਈਅੰਸ ਕਰਕੇ ਚੋਣਾਂ ਲੜ ਸਕਦੇ ਸੀਗੇ। ਉਸ ਗੱਲ ਨੂੰ ਹੀ ਅੱਜ ਅਸੀਂ ਅੱਗੇ ਤੋਰੀਏ। ਅੱਜ ਕੈਪਟਨ ਸਾਹਿਬ ਬਹੁਤ ਵੱਡੀ ਰਾਜਨੀਤਿਕ ਮੁਸ਼ਕਿਲ ਦੇ ਵਿੱਚ ਹੈਗੇ ਨੇ, ਕਾਰਨ ਉਹਨਾਂ ਨੇ ਓਪਨਲੀ ਡਿਕਲੇਅਰ ਕਰਤਾ ਕਿ 2022 ਦੀ ਚੋਣਾਂ ਉਹ ਲੜਨਗੇ ਔਰ ਲੜ ਕੇ ਅਗਲੀ ਵਾਰ ਫਿਰ ਮੁੱਖ ਮੰਤਰੀ ਬਣਨਗੇ ਤਾਂ ਕਿ ਉਹ ਪੰਜਾਬ ਦਾ ਭਲਾ ਕਰ ਸਕਣ। ਇਹਦੇ ਵਿੱਚ ਐਂਟਰੀ ਹੋ ਜਾਂਦੀ ਹੈ ਨਵਜੋਤ ਸਿੰਘ ਸਿੱਧੂ ਦੀ, ਉਹ ਵੀ ਬਤੌਰ ਪੀਪੀਸੀਸੀ ਪ੍ਰਧਾਨ। ਔਰ ਉਹ ਪ੍ਰਧਾਨ ਜਿਹੜਾ ਵੱਖ-ਵੱਖ ਸਿਆਸੀ ਸਟੇਜਾਂ ਤੋਂ ਇਹ ਗੱਲ ਵੀ ਕਹਿਣੀ ਸ਼ੁਰੂ ਕਰ ਦਿੰਦਾ ਹੈ ਕਿ ਜੇ ਕਿਤੇ ਮੇਰੀ ਸਰਕਾਰ ਆਈ ਤੇ ਮੈਂ ਇਹ ਕਰ ਦੂੰਗਾ, ਜੇ ਕਿਤੇ ਮੇਰੀ ਸਰਕਾਰ ਆਈ ਤੇ ਮੈਂ ਉਹ ਕਰ ਦੂੰਗਾ। ਇੱਦਾਂ ਦੇ ਹਾਲਾਤ ਵਿੱਚ ਅਨਓਫੀਸ਼ੀਅਲੀ ਤੇ ਉਹ ਆਪਣੇ ਆਪ ਨੂੰ ਅਗਲੇ ਸੀਐਮ ਵਜੋਂ ਪ੍ਰੋਜੈਕਟ ਕਰ ਹੀ ਚੁੱਕੇ ਨੇ। ਹੁਣ ਹਾਈਕਮਾਨ ਦੀ ਮੋਹਰ ਦੀ ਗੱਲ ਹੈਗੀ ਹੈ, ਜਿਸ ਤਰੀਕੇ ਨਾਲ ਉਹਨਾਂ ਨੂੰ ਪ੍ਰਧਾਨ ਲਾਇਆ ਉਸ ਤਰੀਕੇ ਨਾਲ ਅਗਲੇ ਮੁੱਖ ਮੰਤਰੀ ਦੇ ਵਜੋਂ ਵੀ ਪ੍ਰੋਜੈਕਟ ਕੀਤਾ ਜਾ ਸਕਦਾ ਹੈ। ਹੁਣ ਬੀਜੇਪੀ ਦੇ ਨਾਲ ਕੈਪਟਨ ਸਾਹਿਬ ਦੀ ਨਜ਼ਦੀਕੀਆਂ ਦੀ ਗੱਲ ਕਰੀਏ, ਭਾਵੇਂ ਉਹ ਜੀਐਸਟੀ ਦਾ ਇੰਪਲੀਮੈਂਟੇਸ਼ਨ ਹੋਏ ਜਾਂ ਉਹ ਕਈ ਇੱਦਾਂ ਦੇ ਪੇਚੀਦਾ ਮੁੱਦੇ, ਜਦ ਨੈਸ਼ਨਲ ਕਾਂਗਰਸ ਦਾ ਕੋਈ ਵੱਖਰਾ ਸਟੈਂਡ ਹੁੰਦਾ ਸੀਗਾ ਤੇ ਕੈਪਟਨ ਅਮਰਿੰਦਰ ਸਿੰਘ ਬੀਜੇਪੀ ਦੇ ਹੱਕ ਵਿੱਚ ਭੁਗਤੇ ਸੀਗੇ। ਉਹਨਾਂ ਗੱਲਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਜਦ ਨਰਿੰਦਰ ਮੋਦੀ ਉਹਨਾਂ ਵੀ ਕੈਪਟਨ ਅਮਰਿੰਦਰ ਸਿੰਘ ਦੇ ਬਾਰੇ 'ਚ ਗੱਲ ਕਰਦੇ ਨੇ ਤੇ ਉਹਨਾਂ ਦੀ ਆਊਟ ਆਫ ਦੀ ਵੇ ਜਾ ਕੇ ਬੜੀ ਤਾਰੀਫ ਕਰਦੇ ਨੇ। ਉਹ ਕਹਿੰਦੇ ਵੀ ਉਹ ਤੇ ਕੈਪਟਨ ਹੈਗੇ ਆ, ਉਹ ਸ਼ੇਰ ਬੰਦੇ ਹੈਗੇ ਆ, ਉਹ ਕਿਸੇ ਦੀ ਨਹੀਂ ਸੁਣਦੇ। ਆਪਣੇ ਆਪ ਵਿੱਚ ਕੈਪਟਨ ਅਮਰਿੰਦਰ ਸਿੰਘ ਨੂੰ ਇੱਕ ਵੱਖਰੇ ਸਿਆਸਤਦਾਨ ਦੇ ਤੌਰ ਤੇ ਨਰਿੰਦਰ ਮੋਦੀ ਉਹਨਾਂ ਨੇ ਵੀ ਕਈ ਵਾਰ ਰੈਫਰ ਕੀਤਾ ਹੋਇਆ। ਇੱਦਾਂ ਦੇ ਹਾਲਾਤ ਵਿੱਚ 1 ਮਹੀਨੇ 1.5 ਮਹੀਨੇ ਪਹਿਲੇ ਉਹਨਾਂ ਨੇ ਨਰਿੰਦਰ ਮੋਦੀ ਉਹਨਾਂ ਤੋਂ ਸਮੇਂ ਮੰਗਿਆ ਸੀਗਾ ਕਿ ਕਿਸਾਨੀ ਮੁੱਦਿਆਂ ਦੇ ਹੱਲ ਵਾਸਤੇ, ਕਿਸਾਨੀ ਮੁੱਦਿਆਂ ਦੇ ਸੋਲੂਸ਼ਨ ਵਾਸਤੇ ਮੈਂ ਤੁਹਾਨੂੰ ਮਿਲਣਾ ਚਾਹੁੰਦਾ। ਗੱਲ ਹੁਣ ਹਾਈਕਮਾਨ ਤੋਂ ਮਿਲਣ ਦੀ ਸ਼ੁਰੂ ਹੋਈ ਸੀ।
ਹਾਈਕਮਾਨ ਨੂੰ ਮਿਲਣ ਜਾ ਰਹੇ ਨੇ, ਉੜਨ ਖਟੋਲਾ ਚੰਡੀਗੜ੍ਹ ਤੋਂ ਉੜਿਆ ਹਾਈਕਮਾਨ ਨੂੰ ਮਿਲਣ, ਨਾਲ ਉਹ ਅਮਿਤ ਸ਼ਾਹ ਨੂੰ ਮਿਲਦੇ ਨੇ, ਨਾਲ ਹੀ ਉਹ ਨਰਿੰਦਰ ਮੋਦੀ ਉਹਨਾਂ ਨੂੰ ਵੀ ਮਿਲਦੇ ਨੇ, ਔਰ ਨਰਿੰਦਰ ਮੋਦੀ ਉਹਨਾਂ ਦੇ ਨਾਲ ਉਹੀ ਗੱਲਾਂ ਕਰਦੇ ਨੇ ਜਿਨ੍ਹਾਂ ਗੱਲਾਂ ਦਾ ਜ਼ਿਕਰ ਅਸੀਂ ਇਸ ਪ੍ਰੋਗਰਾਮ ਦੇ ਰਾਹੀਂ ਕਈ ਵਾਰ ਕਰ ਚੁੱਕੇ ਹਾਂ। ਕਿਸਾਨੀ ਸੰਘਰਸ਼, ਕਿਸਾਨੀ ਅੰਦੋਲਨ ਦਾ ਹੱਲ, ਔਰ ਕਿਸਾਨੀ ਅੰਦੋਲਨ ਦਾ ਹੱਲ ਉਹ ਕਹਿੰਦੇ ਨੇ ਲੈਜੀਟੀਮੇਟ ਡਿਮਾਂਡ ਉਹਨਾਂ ਦੀ ਮੰਨ ਲਓ। ਲੈਜੀਟੀਮੇਟ ਡਿਮਾਂਡ ਤੇ ਉਹ ਵੀ ਹੋ ਸਕਦੀ ਹੈ ਕਿ ਜਿਹੜੀ ਸ਼ੋਧ ਦੀ ਗੱਲਾਂ ਸ਼ੁਰੂ ਵਿੱਚ ਅੰਦੋਲਨ ਦੇ ਵਿੱਚ ਹੋਈ ਸੀ, ਕਿਉਂਕਿ ਜਦ ਇਹ ਅੰਦੋਲਨ ਪੰਜਾਬ ਦੇ ਵਿੱਚੋਂ ਸ਼ੁਰੂ ਹੋਇਆ ਸੀਗਾ ਤਦ ਕਿਸਾਨਾਂ ਦੀ ਦੋ ਮੁੱਖ ਮੰਗ ਸੀਗੀ, ਇੱਕ MSP ਦੀ ਗਾਰੰਟੀ, ਦੂਜਾ ਮੰਡੀਕਰਨ ਨਾ ਬਰਖਾਸਤ ਕੀਤਾ ਜਾਏ। ਉਹ ਮੰਗ ਅੱਗੇ ਵੱਧ ਕੇ ਹੁਣ ਉਹ ਤਿੰਨੋਂ ਕਾਨੂੰਨਾਂ ਨੂੰ ਰੱਦ ਕਰਨ ਦੀ ਹੋ ਗਈ। ਪਰ ਅੱਜ ਗੱਲ ਫਿਰ ਉੱਥੋਂ ਕੈਪਟਨ ਅਮਰਿੰਦਰ ਸਿੰਘ ਸ਼ੁਰੂ ਕਰਦੇ ਨੇ, ਉਹ ਵੀ ਤਦ ਜਦ ਉਹਨਾਂ ਦੇ ਸੀਨੀਅਰ ਲੀਡਰ ਰਾਹੁਲ ਗਾਂਧੀ, ਨੈਸ਼ਨਲ ਲੀਡਰ, ਉਹ ਕਦੀ ਟਰੈਕਟਰ ਤੇ ਚੜ੍ਹ ਕੇ ਪਾਰਲੀਮੈਂਟ ਦੇ ਵਿੱਚ ਜਾਂਦੇ ਨੇ, ਕਦੀ ਸਾਈਕਲ ਤੇ ਚੜ੍ਹ ਕੇ ਜਾਂਦੇ ਨੇ, ਔਰ ਉਹਨਾਂ ਦੇ ਸ਼ਰੀਕ ਪ੍ਰਤਾਪ ਸਿੰਘ ਬਾਜਵਾ ਟੇਬਲ ਤੇ ਚੜ੍ਹ ਕੇ ਵਾਈਸ ਚੇਅਰਮੈਨ ਰਾਜ ਸਭਾ ਦੇ ਉੱਤੇ ਫਾਈਲਾਂ ਤੱਕ ਸੁੱਟ ਦਿੰਦੇ ਨੇ। ਔਰ ਇਹਦੇ ਵਿੱਚ ਇੱਕ ਵੱਖਰੇ ਕਿਸਮ ਦੀ ਰਾਜਨੀਤੀ, ਬਾਤਚੀਤ ਦੀ ਰਾਜਨੀਤੀ, ਗੱਲਬਾਤ ਦੀ ਰਾਜਨੀਤੀ, ਉਹਦੇ ਨਾਲ ਲੱਗਦਾ ਹੈ ਕਿ ਰਾਹੁਲ ਗਾਂਧੀ ਵੀ ਇਹ ਕੰਮ ਕਰ ਸਕਦੇ ਸੀ, ਨਰਿੰਦਰ ਮੋਦੀ ਉਹਨਾਂ ਨਾਲ ਮਿਲ ਕੇ ਇਹਨਾਂ ਗੱਲਾਂ ਦੇ ਸੋਲੂਸ਼ਨ ਦੀ ਗੱਲ ਕਰ ਸਕਦੇ ਸੀ। ਪਰ ਲੀਡ ਕੌਣ ਲੈਂਦਾ ਹੈ? ਕੈਪਟਨ ਅਮਰਿੰਦਰ ਸਿੰਘ, ਯਾਨੀ ਰਾਹੁਲ ਗਾਂਧੀ ਤੋਂ ਵੀ ਉੱਚਾ ਕੱਦ ਆਪਣਾ ਮਹਿਸੂਸ ਕਰਦੇ ਨੇ, ਕਰਾਉਂਦੇ ਨੇ। ਹੁਣ ਇਹਦੇ ਵਿੱਚ ਕੁਝ ਅੰਦਰ ਦੀ ਗੱਲਾਂ ਤੇ ਜ਼ਰੂਰ ਹੋਈਆਂ ਹੋਣਗੀਆਂ, ਜੋ ਅਸੀਂ ਗੱਲ ਕਰ ਚੁੱਕੇ ਹਾਂ ਕਿ ਪੰਜਾਬ ਦੇ ਵਿੱਚ BJP ਨੂੰ ਪਤਾ ਹੈ ਕਿ ਉਹਨਾਂ ਦੀ ਰਾਜਨੀਤਿਕ ਜ਼ਮੀਨ ਕੋਈ ਬਹੁਤੀ ਜ਼ਿਆਦਾ ਨਹੀਂ ਹੈਗੀ। ਇਹਦੇ ਵਿੱਚ ਫਰੈਂਡਲੀ ਫੇਸ ਕਿਹੜਾ ਹੋ ਸਕਦਾ, ਉਹ ਹੈਗਾ ਕੈਪਟਨ ਅਮਰਿੰਦਰ ਸਿੰਘ। ਜੇ ਕੈਪਟਨ ਅਮਰਿੰਦਰ ਸਿੰਘ ਅੱਗੇ ਚੱਲ ਕੇ ਪੰਜਾਬ ਦੇ ਮੁੱਖ ਮੰਤਰੀ ਵਜੋਂ ਪ੍ਰੋਜੈਕਟ ਹੁੰਦੇ ਨੇ, ਭਾਵੇਂ ਕਿਸੇ ਵੀ ਪੋਲੀਟੀਕਲ ਪਾਰਟੀ ਦੀ, ਕਾਂਗਰਸ ਦੇ ਵਿੱਚ ਸੰਭਾਵਨਾਵਾਂ ਘੱਟ ਹੈਗੀਆਂ, ਤੇ ਫਿਰ ਉਹਦਾ ਲਾਹਾ BJP ਵੀ ਲੈ ਸਕਦੀ ਹੈ, ਬਸ਼ਰਤੇ BJP ਨੂੰ ਵੀ ਚਾਹੀਦਾ ਹੈ ਕਿ ਉਹ ਕਿਸਾਨੀ ਸੰਘਰਸ਼ ਦਾ ਸੋਲੂਸ਼ਨ ਤੇ ਚਾਹੁੰਦੇ ਨੇ। ਖਤਰਾ UP ਦੇ ਵਿੱਚ ਵੀ ਬਣਿਆ ਹੋਇਆ, ਖਤਰਾ ਉੱਤਰਾਖੰਡ ਦੇ ਵਿੱਚ ਵੀ ਬਣਿਆ ਹੋਇਆ, ਤੇ ਹੁਣ ਈਵਨ ਗੁਜਰਾਤ ਦੇ ਇਲੈਕਸ਼ਨ ਦੇ ਵਿੱਚ ਵੀ ਇਹ ਖਤਰਾ BJP ਨੂੰ ਲੱਗਦਾ ਹੈ। ਉਸ ਖਤਰੇ ਤੋਂ ਬਚਣ ਵਾਸਤੇ ਕੈਪਟਨ ਅਮਰਿੰਦਰ ਸਿੰਘ ਨੂੰ ਵਿਨ ਓਵਰ ਕਰਕੇ ਜੇ ਕਿਸਾਨੀ ਸੰਘਰਸ਼ ਦਾ ਸੋਲੂਸ਼ਨ ਕੋਈ ਨਿਕਲਦਾ ਹੈ, ਤੇ ਮੈਨੂੰ ਇਹ ਲੱਗਦਾ BJP ਵਾਸਤੇ ਵੀ ਇਹ ਬੜੀ ਵਿਨ-ਵਿਨ ਸਿਚੁਏਸ਼ਨ ਹੁੰਦੀ ਹੈ। ਭਾਵੇਂ ਕੈਪਟਨ ਉਹਨਾਂ ਆਪਣੀ ਪਾਰਟੀ ਦੇ ਵਿੱਚ ਆਪਣਾ ਕੱਦ ਵੱਡਾ ਨਾ ਕਰ ਪਾਉਣ, ਪਰ ਉਹਨਾਂ ਦਾ ਪੰਜਾਬ ਦੀ ਸਿਆਸਤ ਦੇ ਵਿੱਚ ਬਹੁਤ ਵੱਡਾ ਕੱਦ ਹੈ। ਬਾਦਲਾਂ ਤੋਂ ਬਾਅਦ ਬਾਦਲਾਂ ਦੇ ਨਾਲ ਸਿਰਫ ਕੈਪਟਨ ਅਮਰਿੰਦਰ ਸਿੰਘ ਉਹਨਾਂ ਦਾ ਨਾਮ ਆਉਂਦਾ ਹੈ ਕਿ ਜਿਹੜੇ ਪੰਜਾਬ ਦੇ ਵੱਡੇ ਸਿਆਸਤਦਾਨ ਨੇ। ਇੱਦਾਂ ਦੇ ਹਾਲਾਤ ਦੇ ਵਿੱਚ ਜੇ ਭਾਜਪਾ ਦੇ ਕੋਲ ਕੋਈ ਐਡਾ ਵੱਡਾ ਸਿਆਸਤਦਾਨ ਉਹਨਾਂ ਦੇ ਪਾਲੇ 'ਚ ਆ ਕੇ ਬੈਠ ਜਾਂਦਾ ਹੈ, ਤੇ ਭਾਵੇਂ ਕਹਿੰਦੇ ਆ ਕਿ ਵੀ ਮਰਿਆ ਹਾਥੀ 1.25 ਲੱਖ ਦਾ, ਉਹ ਜਿੱਦਾਂ ਗੱਲ ਹੈਗੀ ਹੈ, ਯਾਨੀ ਅਗਰ ਕੈਪਟਨ ਅਮਰਿੰਦਰ ਸਿੰਘ ਜਿਸ ਪਾਲੇ ਵੀ ਜਾਂਦੇ ਹੈ ਤੇ BJP ਜੋ ਅੱਜ ਬਿਲਕੁਲ ਹਾਸ਼ੀਆ ਤੇ ਖੜੀ ਹੈ, ਉਹ ਕਦੀ ਨਾ ਕਦੀ ਜਾਂ ਕਿਸੇ ਨਾ ਕਿਸੇ ਤਰੀਕੇ ਨਾਲ ਦੁਬਾਰਾ ਖੜੇ ਹੋਣ ਦੀ ਕੋਸ਼ਿਸ਼ ਕਰ ਸਕਦੀ ਹੈ। ਔਰ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੂੰ ਕੀ ਫਾਇਦਾ ਹੋਏਗਾ? ਉਹ ਇਹ ਫਾਇਦਾ ਲੱਗਦਾ ਹੈ ਕਿ ਕਾਂਗਰਸ ਦੇ ਵਿੱਚ ਉਹਨਾਂ ਦੀ ਰਾਜਨੀਤੀ ਹੁਣ ਬਹੁਤ ਲੰਬੀ ਚੱਲਣ ਵਾਲੀ ਨਹੀਂ ਹੈਗੀ, ਉਹ ਵੀ ਖਾਸ ਕਰਕੇ ਸਿੱਧੂ ਦੇ ਆਉਣ ਤੋਂ ਬਾਅਦ। ਔਰ ਐਦਾਂ ਦੇ ਹਾਲਾਤ ਦੇ ਵਿੱਚ ਕੋਈ ਵੱਡਾ ਪਲੇਟਫਾਰਮ ਉਹਨਾਂ ਨੂੰ ਮਿਲਦਾ ਹੈ, ਭਾਵੇਂ ਸਰਕਾਰ ਉਹ BJP ਦੀ ਨਾ ਵੀ ਬਣਾ ਪਾਉਣ, ਤਾਂ ਵੀ ਕੈਪਟਨ ਅਮਰਿੰਦਰ ਸਿੰਘ ਨੂੰ ਨੈਸ਼ਨਲ ਪੋਲਿਟਿਕਸ ਦੇ ਵਿੱਚ ਇੱਕ ਵੱਡੀ ਜਗ੍ਹਾ ਮਿਲ ਸਕਦੀ ਹੈ। ਕਾਂਗਰਸ ਦੇ ਬਹੁਤ ਸਾਰੇ ਆਗੂ ਮੁੱਖ ਮੰਤਰੀ ਦਾ ਪਦ ਛੱਡ ਕੇ BJP ਦੇ ਵਿੱਚ ਸ਼ਾਮਿਲ ਹੋਏ ਨੇ। ਮੁੱਖ ਮੰਤਰੀ ਦੇ ਪਦ ਦੇ ਉਹ ਚਾਹਵਾਨ ਸੀਗੇ, ਖਾਸ ਕਰਕੇ ਤੁਸੀਂ ਮੱਧ ਪ੍ਰਦੇਸ਼ ਦੀ ਗੱਲ ਕਰੋ ਜਾਂ ਹੋਰ ਵੀ ਕਈ ਸੂਬਿਆਂ ਦੇ ਵਿੱਚ ਇੱਦਾਂ ਦਾ ਹੋਇਆ ਕਿ ਜਿਹੜੇ ਉਸ ਸੂਬੇ ਦੇ ਸਭ ਤੋਂ ਵੱਡੇ ਲੀਡਰ ਸੀਗੇ ਉਹ BJP ਦੇ ਖੇਮੇ 'ਚ ਦੇਖੇ ਗਏ। ਹਾਲਾਂਕਿ ਆਮ ਲੋਕ ਇਸ ਗੱਲ ਦੇ ਉੱਤੇ ਹਜੇ ਵਿਸ਼ਵਾਸ ਨਹੀਂ ਕਰਦੇ ਕਿ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਨੂੰ ਛੱਡ ਸਕਦੇ ਨੇ, ਪਰ ਰਾਜਨੀਤਿਕ ਹਾਲਾਤ ਸਭ ਕੁਝ ਕਰਾ ਦਿੰਦੇ ਨੇ। ਜਿੱਥੇ ਆਪਣਾ ਕੱਦ ਵੱਡਾ ਹੁੰਦਾ ਨਜ਼ਰ ਆਉਂਦਾ ਹੈ, ਉਹ ਰਾਜਨੀਤਿਕ, ਉਹ ਪੋਲੀਟੀਸ਼ੀਅਨ ਉਸ ਅਪਰਚੁਨਿਟੀ ਦਾ ਫਾਇਦਾ ਹਮੇਸ਼ਾ ਲੈਂਦਾ ਹੈ। ਬਾਕੀ ਤੁਸੀਂ ਗੱਲ ਕੀਤੀ ਕੇਂਦਰ ਦੇ ਦਖਲ ਦੀ, ਬਿਲਕੁਲ ਠੀਕ ਕਹਿ ਰਹੇ ਹੋ। ਰਾਜਪਾਲ ਦੇ ਰਾਹੀਂ ਜੇ ਕਿਤੇ ਹਾਲਾਤ ਡਿਵੀਜ਼ਨ ਆਫ MLAs ਦਾ ਹੁੰਦਾ ਹੈ, ਨੰਬਰ ਆਫ MLAs ਦਾ ਹੁੰਦਾ ਹੈ, ਤੇ ਉਹ ਕੈਪਟਨ ਅਮਰਿੰਦਰ ਸਿੰਘ ਉਹਨਾਂ ਦਾ ਸਾਥ ਦੇ ਕੇ ਭਾਵੇਂ ਪੰਜਾਬ ਦੇ ਵਿੱਚ ਰਾਸ਼ਟਰਪਤੀ ਸ਼ਾਸਨ ਲੱਗੇ ਜਾਂ ਜਿਹੜਾ ਅਸੈਂਬਲੀ ਨੂੰ ਭੰਗ ਕੀਤਾ ਜਾਏ, ਇੱਦਾਂ ਦੇ ਹਾਲਾਤ ਵਿੱਚ ਕੈਪਟਨ ਅਮਰਿੰਦਰ ਸਿੰਘ ਉਹਨਾਂ ਵੀ ਕੋਈ ਲੀਡ ਲੈ ਸਕਦੇ ਨੇ। ਔਰ ਉਸ ਸਿਚੁਏਸ਼ਨ ਤੋਂ ਬਚਣ ਵਾਸਤੇ ਪੰਜਾਬ ਦੇ ਵਿੱਚ ਆਪਣਾ ਰਾਜਨੀਤਿਕ ਕੱਦ ਬਣਾਉਣ ਦੇ ਵਿੱਚ ਸਫਲ ਵੀ ਹੋ ਸਕਦੇ ਨੇ। ਪਰ ਚਲੋ ਇਹ ਸਾਰੇ ਤੇ ਹਜੇ ਕਿਆਸ ਨੇ, ਪਰ ਇਹਨਾਂ ਕਿਆਸ ਦਾ ਕੋਈ ਥੱਲੇ ਜ਼ਮੀਨ ਜ਼ਰੂਰ ਹੈਗੀ ਹੈ। ਜੇ ਤੁਸੀਂ ਕਹੋ ਕਿ ਅਸੀਂ ਬਿਨਾਂ ਕਿਸੇ ਜ਼ਮੀਨ ਤੋਂ ਇਹ ਗੱਲਾਂ ਕਰ ਰਹੇ ਹਾਂ, ਤੇ ਇਹ ਮੈਨੂੰ ਇਹ ਲੱਗਦਾ ਹੈ ਕਿ ਜੋ ਰਾਜਨੀਤੀ ਨੂੰ ਸਮਝਦੇ ਨੇ ਉਹਨਾਂ ਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਜੋ ਵੀ ਅਸੀਂ ਗੱਲ ਕਰ ਰਹੇ ਹਾਂ ਉਹਦੀ ਜ਼ਮੀਨ ਬਿਲਕੁਲ ਤਿਆਰ ਹੈ। ਉਸ ਜ਼ਮੀਨ ਦੇ ਵਿੱਚ ਕਿੰਨਾ ਕੁ ਕੋਈ ਪੋਲੀਟੀਸ਼ੀਅਨ ਚੱਲਦਾ ਹੈ ਜਾਂ ਦੌੜਦਾ ਹੈ,
ਉਹ ਗੱਲ ਦੇਖਣ ਵਾਲੀ ਹੈਗੀ ਹੈ। ਹੁਣ ਗੱਲ ਅਗਲੀ ਜਿਹੜੀ ਤੁਸੀਂ ਕੀਤੀ ਸੀਗੀ ਨਵਜੋਤ ਸਿੰਘ ਸਿੱਧੂ ਮੈਂ ਤੁਹਾਡੇ ਕੋਲ ਮੈਂ ਉਸੇ ਗੱਲ ਤੇ ਆਉਣਾ ਹੈ। ਉਸ ਤੋਂ ਪਹਿਲਾਂ ਜਿਹੜੀ ਗੱਲ ਮੈਂ ਇਹ ਤੁਹਾਡੀ ਗੱਲ ਨਾਲ ਜੋੜਨਾ ਚਾਹੁੰਦਾ ਹੈ, ਜਦੋਂ ਨਰਿੰਦਰ ਮੋਦੀ ਸਰਕਾਰ ਕਿਸਾਨਾਂ ਨਾਲ ਟਕਰਾਅ 'ਚ ਸੀ, ਉਦੋਂ ਕਿਸਾਨਾਂ ਦਾ ਜ਼ੋਰ ਬੜਾ ਸੀ। ਤੁਹਾਨੂੰ ਯਾਦ ਹੋਣਾ ਹੈ, ਪੰਜਾਬ ਵਾਲੇ ਪਾਸਿਓਂ ਵਹੀਰਾਂ ਬੰਨ ਕੇ ਲੋਕ ਜਾਂਦੇ ਸੀਗੇ, ਲਾਈਨ ਟੁੱਟਣ ਦਾ ਨਾਂ ਨਹੀਂ ਸੀ ਲੈਂਦੀ, ਔਰ ਉੱਥੇ ਲੱਖਾਂ ਦਾ ਇਕੱਠ ਸੀ ਤਿੰਨਾਂ ਬਾਰਡਰਸ ਦੇ ਉੱਤੇ। ਉਦੋਂ ਗਵਰਨਮੈਂਟ ਜੇ ਉਹ ਆਪਣੀ ਈਨ ਇਹਨਾਂ ਦੀ ਮੰਨ ਲੈਂਦੀ ਤਾਂ ਗਵਰਨਮੈਂਟ ਦੀ ਸਥਿਤੀ ਬਹੁਤ ਨਾਜ਼ੁਕ ਸੀ। ਇਸ ਵੇਲੇ ਜਿਹੜੀ ਸਥਿਤੀ ਹੈ, ਡੈਫੀਨੇਟਲੀ ਨਿਸ਼ਚਿਤ ਤੌਰ ਤੇ ਮੋਦੀ ਗਵਰਨਮੈਂਟ ਚਾਹੁੰਦੀ ਹੋਊਗੀ ਕਿ ਆਉਂਦੀ ਇਲੈਕਸ਼ਨਸ ਤੋਂ ਪਹਿਲਾਂ ਮੈਂ ਇਹਨੂੰ ਨਿਬੇੜ ਲਵਾਂ। ਜਦੋਂ ਹੁਣ ਬਹੁਤਾ ਪ੍ਰਭਾਵ ਨਹੀਂ ਬਚਿਆ, ਇਹ 'ਚ ਕੋਈ ਦੋਰਾਵਾ ਨਹੀਂ ਕਿ ਕਿਸਾਨੀ ਸੰਕਟ ਜਿਹੜਾ ਕਿਸਾਨੀ ਦਾ ਅੰਦੋਲਨ ਹੈ, ਇਹਨੇ ਨੱਕ 'ਚ ਦਮ ਕਰਤਾ ਸਰਕਾਰ ਦੀ। ਪਰ ਅੱਜ ਦੀ ਸਥਿਤੀ ਹੈ ਕਿ ਅੱਜ ਗਿਣਤੀ ਉਨੀ ਵੱਡੀ ਨਹੀਂ ਜਿਹੜੀ ਬਹੁਤ ਪਹਿਲਾਂ ਸੀ। 26 ਜਨਵਰੀ ਤੋਂ ਪਹਿਲਾਂ ਜੋ ਹਾਲਾਤ ਸੀ ਉਹ ਤਾਂ ਬਹੁਤ ਵੱਖਰੇ ਸੀ। ਸੋ ਗਵਰਨਮੈਂਟ ਇਸ ਮੌਕੇ ਤੇ ਬਹੁਤ ਵੱਡਾ ਨੁਕਸਾਨ ਨਹੀਂ ਸਮਝੂਗੀ, ਕਿਉਂਕਿ ਇਸ ਵੇਲੇ ਉਹਨੂੰ ਲੱਗੂਗਾ ਕਿ ਉਹਨੇ ਹਮਦਰਦੀ ਕਿਸਾਨਾਂ ਨਾਲ ਦਿਖਾਈ ਆ। ਉਦੋਂ ਦਬਾਅ ਥੱਲੇ ਝੁਕਣ ਵਾਲੀ ਗੱਲ ਸੀ ਉਹਨਾਂ ਲਈ। ਇਹ ਸਿਆਸੀ ਸਮੀਖਿਅਕ ਗੱਲ ਕਰਦੇ ਆ ਕਿ ਉਦੋਂ ਡਿੱਗਦੇ ਤਾਂ ਇਹ ਕਹਿਣਾ ਸੀ ਕਿ ਮੋਦੀ ਨੂੰ ਕਿਸਾਨਾਂ ਨੇ ਢਾਹ ਲਿਆ। ਹੁਣ ਮੋਦੀ ਸਰਕਾਰ ਜੇਕਰ ਕਿਸਾਨਾਂ ਨਾਲ ਗੱਲ ਕਰਦੀ ਹੈ ਤਾਂ ਇਹਨੂੰ ਦੇਖਿਆ ਜਾਊਗਾ ਕਿ ਹਾਂ, ਦੇਰ ਆਏ ਦਰੁਸਤ ਆਏ। ਉਹ ਹਮਦਰਦੀ ਵੀ ਦਿਖਾਉਣਗੇ, ਇਹ ਕਹਿਣਗੇ ਮੈਂ ਵੀ ਕਿਸਾਨ ਹੈ। ਉਹ ਉਦੋਂ ਕਈ ਕੁਝ ਬਣ ਜਾਂਦੇ ਹੁੰਦੇ ਆ। ਪ੍ਰਧਾਨ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਰਾਹੀਂ ਇਹ ਲੀਡ ਲੈਣਾ ਚਾਹੁਣਗੇ। ਮੈਨੂੰ ਲੱਗਦਾ ਕਿ ਗੱਲ ਮੁੱਕ ਜੇ ਤੇ ਯੂਪੀ ਅਸੈਂਬਲੀ 'ਚ ਜਾਣ ਤੋਂ ਪਹਿਲਾਂ ਕਿਸਾਨੀ ਅੰਦੋਲਨ ਦਾ ਸਾਹਮਣਾ ਨਾ ਕਰਨਾ ਪਵੇ। ਲੇਕਿਨ ਅਗਲੀ ਗੱਲ ਕਿ ਸਿੱਧੂ ਔਰ ਕੈਪਟਨ 'ਚ ਹਰੀਸ਼ ਰਾਵਤ ਇੱਕ ਵਾਰੀ ਫਿਰ ਸੁਲ੍ਹਾ ਕਰਾਉਣਗੇ। 1.5 ਸਾਲ ਤੋਂ ਉਹ ਪਹਿਲਾਂ ਲੱਗੇ ਹੋਏ ਸੀ, ਉਦੋਂ ਸਮਝੌਤਾ ਨਹੀਂ ਹੋਇਆ, ਉਹ ਸੇਮ ਪੇਜ ਤੇ ਨਹੀਂ ਆ ਸਕੇ। ਹੁਣ ਉਹ ਦੋ ਵੱਖ-ਵੱਖ ਧਰਾਵਾਂ ਨੇ, ਉਹ ਦੋ ਵੱਖ-ਵੱਖ ਪਾਵਰ ਸੈਂਟਰ ਨੇ। ਹੁਣ ਉਹਨਾਂ ਨੂੰ ਇੱਕ ਜਗ੍ਹਾ ਤੇ ਕਿਵੇਂ ਲਿਆ ਸਕਣਗੇ, ਜਦੋਂ ਕਿ ਦੋਵਾਂ ਦਾ ਸਿਆਸੀਕਰਨ ਜਿਹੜਾ ਸਿਆਸੀ ਫਿਊਚਰ ਆ ਇੱਕ ਦੂਜੇ ਨਾਲ ਟਕਰਾਅ 'ਚੋਂ ਹੀ ਨਿਕਲਦਾ ਪਿਆ। ਦੋਨਾਂ ਦਾ ਇੱਕ ਦਾ ਦੂਜੇ ਦੇ ਥੱਲੇ ਲੱਗ ਜਾਣਾ, ਆਪਣਾ ਸਿਆਸੀ ਕੈਰੀਅਰ ਗਿਵ ਅਪ ਕਰ ਦੇਣਾ ਜਾਂ ਤਬਾਹ ਕਰ ਲੈਣਾ। ਐਸੀ ਸਥਿਤੀ 'ਚ ਕਿਸ ਮੁੱਦੇ ਤੇ ਇਕੱਠੇ ਹੋ ਸਕਦੇ ਆ? ਤੁਹਾਨੂੰ ਲੱਗਦਾ ਕੋਈ ਨੁਕਤਾ ਹੈ ਜਿੱਥੇ ਬਹਿ ਜਾਣ, ਜੱਫੀ ਪਾਲਣ, ਪਿਓ ਪੁੱਤ ਬਣ ਜਾਣ ਤੇ ਪੰਜਾਬ ਨੂੰ ਕਹਿਣ ਅਸੀਂ ਤਾਂ ਇਕੱਠੇ ਹੀ ਸੀ ਜੀ? ਸਿੱਧੂ ਉਹਨਾਂ ਦੇ ਪੀਪੀਸੀਸੀ ਪ੍ਰਧਾਨ ਬਣਨ ਤੋਂ ਪਹਿਲੇ ਵੀ ਔਰ ਅੱਜ ਵੀ ਅਸੀਂ ਇਹ ਗੱਲ ਕਹਿ ਰਹੇ ਹਾਂ ਕਿ ਜਦ ਤੱਕ ਜਿਹੜੇ ਮਸਲੇ ਸਿੱਧੂ ਨੇ ਚੱਕੇ ਨੇ, ਉਹਨਾਂ ਮੁੱਦਿਆਂ ਤੇ ਉਹਨਾਂ ਮਸਲਿਆਂ ਤੇ ਕੈਪਟਨ ਉਹਨਾਂ ਕੋਈ ਬਣਦੀ ਕਾਰਵਾਈ ਨਹੀਂ ਕਰਦੇ। ਯਾਨੀ ਬਣਦੀ ਕਾਰਵਾਈ ਤੇ ਤੁਹਾਨੂੰ ਪਤਾ ਹੈ ਕਿ ਬੇਅਦਬੀਆਂ ਦੇ ਮੁੱਦੇ ਤੇ ਅਸੀਂ ਵੀ ਸਮਝਦੇ ਹਾਂ ਇਸ ਗੱਲ ਤੇ ਕਿ ਇਹਦੇ ਵਿੱਚ ਕਾਨੂੰਨੀ ਪੇਚ ਹੈਗੇ ਨੇ, ਔਰ ਉਹਦਾ ਸਿੱਟਾ ਕਿੱਥੇ ਜਾ ਕੇ ਨਿਕਲਦਾ ਹੈ। ਹੁਣ ਸਿੱਧੂ ਉਹਨਾਂ ਦੀ ਗੱਲ ਨੂੰ ਅਗਰ ਸੁਣੋ ਤੇ ਇੱਦਾਂ ਲੱਗਦਾ ਹੈ ਕਿ ਜਦ ਤੱਕ ਬਾਦਲਾਂ ਦੇ ਉੱਤੇ ਇਸ ਗੱਲ ਦੀ ਇਨਵੈਸਟੀਗੇਸ਼ਨ ਨਹੀਂ ਜਾਂਦੀ, ਤਦ ਤੱਕ ਉਹ ਉਸ ਗੱਲ ਨੂੰ ਇਨਸਾਫ ਨਹੀਂ ਮੰਨਦੇ। ਚਲੋ ਇਹ ਤੇ ਖੈਰ ਕਾਨੂੰਨੀ ਮੁੱਦਾ ਹੈ। ਦੂਜਾ ਮੁੱਦਾ PPA ਐਗਰੀਮੈਂਟ, ਯਾਨੀ ਪਾਵਰ ਪਰਚੇਜ਼ ਐਗਰੀਮੈਂਟ ਨੂੰ ਰੱਦ ਕਰਨ ਦੀ ਗੱਲ ਸਿੱਧੂ ਉਹਨਾਂ ਨੇ 5 ਨੁਕਾਤੀ ਪ੍ਰੋਗਰਾਮ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੂੰ ਦਿੱਤੀ ਹੈ। ਉਸ ਮੁੱਦੇ ਤੇ ਕੈਪਟਨ ਅਮਰਿੰਦਰ ਉਹਨਾਂ ਨੇ ਸਿਰਫ PSPCL ਨੂੰ ਇੱਕ ਚਿੱਠੀ ਲਿਖ ਕੇ ਕਿ ਇਹਨੂੰ ਰੱਦ ਕਰੋ ਜਾਂ ਰਿਵਿਊ ਕਰੋ। ਹਾਲਾਂਕਿ ਉਸ ਚਿੱਠੀ ਦਾ ਕੋਈ ਮਤਲਬ ਨਹੀਂ ਹੈ, ਕਿਉਂਕਿ PSPCL ਕੋਲ ਕੋਈ ਇੱਦਾਂ ਦੀ ਪਾਵਰ ਹੀ ਨਹੀਂ ਹੈਗੀ ਜੋ ਇਸ ਸਮਝੌਤਿਆਂ ਨੂੰ ਰੱਦ ਕਰ ਸਕਦੀ ਹੈ। ਔਰ ਉਹਨਾਂ ਸਮਝੌਤਿਆਂ ਨੂੰ ਰੱਦ ਕਰਨ ਦੀ ਸ਼ਰਤਾਂ ਦੀ ਗੱਲ ਕਰੀਏ, ਉਹ ਇੱਦਾਂ ਦੀ ਹੈਗੀ ਹੈ ਕਿ PSPCL ਨੂੰ ਆਪਣੇ ਆਪ ਨੂੰ ਦਿਵਾਲੀਆ ਘੋਸ਼ਿਤ ਕਰਨਾ ਪਏਗਾ, ਔਰ ਨਾਲ ਦੇ ਨਾਲ 25,000 ਕਰੋੜ ਦੇ ਕਰੀਬ ਰੁਪਏ ਉਹ ਪਾਵਰ ਪਰਚੇਜ਼ ਜਾਂ ਪਾਵਰ ਪਲਾਂਟ ਓਨਰਸ ਨੂੰ ਦੇਣੇ ਪੈਣਗੇ। ਇੱਦਾਂ ਦੇ ਹਾਲਾਤ ਵਿੱਚ ਐਡਵੋਕੇਟ ਜਨਰਲ ਅਤੁਲ ਨੰਦਾ ਉਹਨਾਂ ਦੀ ਵੀ ਇੱਕ ਖਬਰ ਛਪੀ ਸੀਗੀ, ਜਿਹਦੇ ਵਿੱਚ ਉਹਨਾਂ ਨੇ ਇਹ ਗੱਲ ਸਾਫ਼ ਤੌਰ ਤੇ ਕਹੀ ਸੀ ਕਿ ਲੀਗਲੀ ਇਹਨਾਂ ਐਗਰੀਮੈਂਟਸ ਨੂੰ ਰੱਦ ਕੀਤਾ ਹੀ ਨਹੀਂ ਜਾ ਸਕਦਾ। ਇੱਦਾਂ ਦੇ ਹਾਲਾਤ ਵਿੱਚ ਸਿੱਧੂ ਉਹਨਾਂ ਇੱਕ ਨੁਕਤਾ ਕੱਢਦੇ ਨੇ ਕਿ ਜੇ ਅਸੈਂਬਲੀ ਦੇ ਵਿੱਚ ਸਪੈਸ਼ਲ ਲੈਜਿਸਲੇਸ਼ਨ ਬਣਾ ਦਿੱਤਾ ਜਾਏ ਤੇ ਇਹਨਾਂ ਪਾਵਰ ਪਰਚੇਜ਼ ਐਗਰੀਮੈਂਟ ਨੂੰ ਰੱਦ ਕੀਤਾ ਜਾ ਸਕਦਾ ਹੈ। ਹੁਣ ਇਸ ਮੁੱਦੇ ਦੇ ਉੱਤੇ ਅਤੁਲ ਨੰਦਾ ਉਹਨਾਂ ਦੀ ਕੋਈ ਐਡਵਾਈਸ, ਕੋਈ ਉਹਨਾਂ ਦਾ ਬਿਆਨ ਤੇ ਨਹੀਂ ਆਇਆ। ਪਰ ਅਗਰ ਹੱਲ ਸਿਰਫ ਇਹ ਵੇ ਤਾਂ ਕਿਉਂ ਨਹੀਂ ਇਸ ਸਪੈਸ਼ਲ ਸੈਸ਼ਨ ਨੂੰ ਬੁਲਾ ਕੇ ਉਹ ਉਸ ਲੈਜਿਸਲੇਸ਼ਨ ਨੂੰ ਲਿਆ ਕੇ ਇਹਨਾਂ ਪਾਵਰ ਪਰਚੇਜ਼ ਐਗਰੀਮੈਂਟ ਨੂੰ ਰੱਦ ਕਿਉਂ ਨਹੀਂ ਕਰਦੇ? ਜੇ ਕਰ ਦਿੰਦੇ ਨੇ ਤੇ 5000 ਮੈਗਾਵਾਟ ਦੀ ਕਮੀ ਪੰਜਾਬ ਦੇ ਵਿੱਚ ਇਮੀਡੀਏਟਲੀ ਪੈਦਾ ਹੋ ਜਾਏਗੀ। ਉਹਨੂੰ ਟੈਕਲ ਕਿੱਦਾਂ ਕਰਾਂਗੇ? ਬਹੁਤ ਸਾਰੇ ਮਸਲੇ ਹੈਗੇ ਹੈ। ਜੇ ਇਹ ਪਾਵਰ ਪਰਚੇਜ਼ ਐਗਰੀਮੈਂਟ ਫਾਲਟੀ ਸੀਗੇ ਤੇ ਕਿਉਂ ਨਹੀਂ ਕੈਪਟਨ ਅਮਰਿੰਦਰ ਸਿੰਘ ਉਹਨਾਂ ਅਫਸਰਾਂ ਨੂੰ, ਉਹਨਾਂ ਸਿਆਸਤਦਾਨਾਂ ਨੂੰ ਘੇਰੇ 'ਚ ਲੈਂਦੇ ਜੋ ਉਸ ਟਾਈਮ ਇਸ ਫਾਲਟੀ ਐਗਰੀਮੈਂਟ ਨੂੰ ਸਾਈਨ ਕਰਕੇ, ਇਸ ਫਾਲਟੀ ਐਗਰੀਮੈਂਟ ਨੂੰ ਇੰਪਲੀਮੈਂਟ ਕਰਕੇ ਪੰਜਾਬ ਦੇ ਹਿੱਤਾਂ ਦਾ ਨੁਕਸਾਨ ਕੀਤਾ ਸੀਗਾ।
ਇਸ ਮੁੱਦੇ ਦੀ ਤਰਫ ਵੀ ਹਜੇ ਤੱਕ ਗੱਲ ਨਹੀਂ ਤੁਰਦੀ। ਸਿੱਧੂ ਉਹਨਾਂ ਸਿਆਸੀ ਸਟੇਜਾਂ ਤੋਂ ਇਹ ਤੇ ਕਹਿ ਸਕਦੇ ਆ ਕਿ 2 ਰੁਪਏ ਦੀ ਬਿਜਲੀ ਖਰੀਦ ਕੇ ਅਸੀਂ 3 ਰੁਪਏ ਦੀ ਦੇ ਦਾਂਗੇ, ਪਰ ਉਹ ਇਹ ਗੱਲ ਭੁੱਲ ਜਾਂਦੇ ਨੇ ਕਿ ਟਰਾਂਸਮਿਸ਼ਨ ਕਾਸਟ, ਹੋਰ ਪੀਐਸਪੀਸੀਐਲ ਦੇ ਖਰਚੇ, ਹੋਰ ਵੱਡੇ ਖਰਚੇ ਜਿਹੜੇ ਇਹ ਸਾਰੇ ਸਿਸਟਮ ਨੂੰ ਤਾਮ-ਝਾਮ ਨੂੰ ਚਲਾਉਣ ਹੀ ਚਾਹੁੰਦੇ ਨੇ, ਉਹਦੇ ਰਾਹੀਂ 2 ਰੁਪਏ ਬਿਜਲੀ ਅਗਰ ਤੁਸੀਂ ਖਰੀਦਦੇ ਵੀ ਹੋ ਤੇ ਤਾਂ ਵੀ ਤੁਹਾਨੂੰ ਇਹ ਘਰ 5-6 ਰੁਪਏ ਪੈਂਦੀ ਹੈ। ਇੱਦਾਂ ਦੇ ਹਾਲਾਤ ਵਿੱਚ ਤੁਸੀਂ 3 ਰੁਪਏ ਕਿੱਦਾਂ ਦੇ ਦੋਗੇ? ਯਾਨੀ ਅਨਰੀਅਲਿਸਟਿਕ ਔਰ ਪੋਲੀਟੀਕਲ ਐਸ਼ੋਰੈਂਸ ਜਾਂ ਪੋਲੀਟੀਕਲ ਪ੍ਰੋਮਿਸਿਸ ਉਹ ਸਿੱਧੂ ਉਹਨਾਂ ਨੇ ਵੀ ਹੁਣ ਕਰਨੇ ਸ਼ੁਰੂ ਕੀਤੇ ਹੈ, ਜੋ ਕਿ ਦੂਜੀ ਪਾਰਟੀਆਂ ਕਰ ਰਹੀ ਹੈ। ਮੈਨੂੰ ਇਹ ਲੱਗਦਾ ਹੈ ਕਿ ਇਹ ਮਸਲਾ ਵੀ ਹਰੀਸ਼ ਰਾਵਤ ਦੇ ਇੰਟਰਵੈਂਸ਼ਨ ਤੋਂ ਬਾਅਦ ਵੀ ਇਹ ਸੋਲਵ ਨਹੀਂ ਹੋ ਸਕਦਾ। ਤੀਜਾ, ਡਰੱਗ ਦੇ ਮੁੱਦੇ ਤੇ ਜਿਹੜੇ ਬੰਦ ਲਿਫਾਫਿਆਂ ਦੀ ਗੱਲ ਸਿੱਧੂ ਉਹਨਾਂ ਨੇ ਕੀਤੀ ਹੈ, ਜਿਹੜੀ ਗੱਲ ਸਿੱਧੂ ਉਹਨਾਂ ਨੇ ਕੀਤੀ ਹੈ ਕਿ ਆਉਣ ਵਾਲੀ ਅਸੈਂਬਲੀ ਦੇ ਵਿੱਚ ਅਸੀਂ ਰੈਜ਼ੋਲੂਸ਼ਨ ਲੈ ਕੇ ਆਵਾਂਗੇ ਕਿ ਉਹਨਾਂ ਬੰਦ ਲਿਫਾਫਿਆਂ ਨੂੰ ਕਿਉਂ ਨਾ ਖੋਲ੍ਹਿਆ ਜਾਏ। ਹੁਣ ਦਿੱਕਤ ਹੈ ਵੀ ਕਿ ਜੇ ਉਹਨਾਂ ਲਿਫਾਫਿਆਂ ਨੂੰ ਅਸੈਂਬਲੀ ਦੇ ਵਿੱਚ ਖੋਲ੍ਹਿਆ ਜਾਂਦਾ ਹੈ ਜਾਂ ਕੈਪਟਨ ਸਾਹਿਬ ਨੂੰ ਉਹਨਾਂ ਲਿਫਾਫਿਆਂ ਨੂੰ ਖੋਲ੍ਹਣ ਵਾਸਤੇ ਮਜਬੂਰ ਕੀਤਾ ਜਾਂਦਾ ਹੈ, ਤੇ ਉਹਨਾਂ ਲਿਫਾਫਿਆਂ ਦੇ ਵਿੱਚੋਂ ਕਈ ਗੱਲਾਂ ਇੱਦਾਂ ਦੀ ਨਿਕਲ ਸਕਦੀ ਹੈ। ਯਾਨੀ ਸਾਨੂੰ ਤੇ ਇਸ ਗੱਲ ਦੀ ਪੂਰੀ ਅਸ਼ੋਰੈਂਸ ਹੈਗੀ ਹੈ ਜਾਂ ਅਸੀਂ ਮੰਨਦੇ ਹਾਂ ਕਿ ਉਹਦੇ ਵਿੱਚੋਂ ਇੱਦਾਂ ਦੇ ਸੱਪ ਨਿਕਲਣਗੇ ਜੋ ਕੈਪਟਨ ਸਾਹਿਬ ਵਾਸਤੇ ਬੜੇ ਔਖੇ ਹੋ ਜਾਣਗੇ। ਤਾਂ ਹੀ ਕਰਕੇ ਉਹ ਦਿੱਲੀ ਦੇ ਵਿੱਚ ਹਾਈ ਕਮਾਂਡ ਦਾ ਦਰਵਾਜ਼ਾ ਖਟਖਟਾਉਂਦੇ ਨੇ, ਬਈ ਸਿੱਧੂ ਨੂੰ ਕਹੋ ਆਹ ਕੰਮ ਨਾ ਕਰੇ। ਇਹਦੇ ਵਾਸਤੇ ਤੇ ਮੇਰੇ ਵਾਸਤੇ ਮੁਸੀਬਤ ਹੋ ਜਾਣੀ ਹੈ। ਹਰੀਸ਼ ਰਾਵਤ ਉਹਨਾਂ ਦੀ ਅਗਲੇ ਹਫਤੇ ਚੰਡੀਗੜ੍ਹ ਆਉਣ ਦੀ ਡਿਊਟੀ ਲੱਗਦੀ ਹੈ। ਉਹ ਆ ਕੇ ਦੋਨਾਂ ਨੂੰ ਬਿਠਾ ਕੇ ਕਿਸ ਤਰੀਕੇ ਨਾਲ ਇਹਨਾਂ ਮਸਲਿਆਂ ਦਾ ਹੱਲ ਕਰਨਗੇ, ਸਾਨੂੰ ਤੇ ਸਮਝ ਨਹੀਂ ਆਉਂਦਾ। ਜੇ ਸਿੱਧੂ ਇਹਨਾਂ ਮਸਲਿਆਂ ਦੇ ਹੱਲ ਦੇ ਉੱਤੇ ਇਸ ਮੀਟਿੰਗ ਤੋਂ ਬਾਅਦ ਚੁੱਪ ਨਜ਼ਰ ਆਉਂਦੇ ਨੇ ਤੇ ਸਿੱਧੂ ਉਹਨਾਂ ਦੀ ਅੱਗੇ ਦੀ ਰਾਜਨੀਤੀ ਦੇ ਉੱਤੇ ਬੜਾ ਵੱਡਾ ਖਤਰਾ ਪੈਦਾ ਹੋ ਸਕਦਾ ਹੈ। ਕਾਰਨ ਕਿ ਸਿੱਧੂ ਉਹਨਾਂ ਕੈਸ਼ ਦੀ ਰਾਜਨੀਤੀ ਦੇ ਰਾਹੀਂ ਅੱਗੇ ਵਧਣਾ ਚਾਹੁੰਦੇ ਨੇ, ਔਰ ਸਿੱਧੂ ਉਹਨਾਂ ਮੁੱਦਿਆਂ ਨੂੰ ਨਹੀਂ ਛੱਡਣਾ ਚਾਹੁੰਦੇ ਜਿਹੜੇ ਉਹਨਾਂ ਨੇ ਭਾਜਪਾ ਦੇ ਵਿੱਚ ਰਹਿ ਕੇ ਵੀ ਉਠਾਏ ਸੀਗੇ। ਅੱਜ ਉਹ ਕਾਂਗਰਸ ਦੇ ਵਿੱਚ ਹੈਗੇ ਨੇ, ਮੁੱਦੇ ਉਹੀ ਨੇ, ਪਰ ਉਹਨਾਂ ਮੁੱਦਿਆਂ ਦੇ ਉੱਤੇ ਅਗਰ ਕੋਈ ਸਟੈਪ ਪੰਜਾਬ ਦੀ ਸਰਕਾਰ, ਕੈਪਟਨ ਅਮਰਿੰਦਰ ਦੀ ਸਰਕਾਰ ਨੇ ਨਹੀਂ ਲਿੱਤਾ ਤੇ ਮੈਨੂੰ ਲੱਗਦਾ ਨਹੀਂ ਕਿ ਸਿੱਧੂ ਉਹਨਾਂ ਛੇਤੀ ਕਿਤੇ ਚੁੱਕਣਗੇ। ਜਾਂ ਗੋ ਸਲੋ ਵਾਲੀ ਗੱਲ ਜਿਹੜੀ ਤੁਸੀਂ ਕਹਿ ਰਹੇ ਹੋ, ਉਹ ਗੋ ਸਲੋ ਵੀ ਹੋਣਗੇ, ਕਿਉਂਕਿ ਪਹਿਲੇ ਜਦ ਉਹਨਾਂ ਨੇ ਕੇਬਲ ਮਾਫੀਆ ਦੀ ਗੱਲ ਸਰਕਾਰ ਬਣਦੇ ਹੀ ਕੀਤੀ ਸੀਗੀ, ਤਦ ਕੈਪਟਨ ਸੰਦੀਪ ਸੰਧੂ ਸਪੈਸ਼ਲ ਦੂਤ ਬਣ ਕੇ ਕੈਪਟਨ ਅਮਰਿੰਦਰ ਸਿੰਘ ਦੇ ਉਹ ਸਿੱਧੂ ਉਹਨਾਂ ਕੋਲ ਗਏ ਸੀਗੇ ਔਰ ਉਹਨਾਂ ਨੂੰ ਕਿਹਾ ਸੀ ਗੋ ਸਲੋ। ਹੁਣ ਉਹ ਗੋ ਸਲੋ ਨਾਲ ਭਾਵੇਂ ਹਰੀਸ਼ ਰਾਵਤ ਉਹਨਾਂ ਕਹਿਣ ਜਾਂ ਫਿਰ ਹਾਈਕਮਾਨ ਆਪ ਕਹੇ, ਮੈਨੂੰ ਲੱਗਦਾ ਨਹੀਂ ਕਿ ਸਿੱਧੂ ਕੋਈ ਸਲੋ ਚੱਲਣ ਦੀ ਚਾਹ ਦੇ ਵਿੱਚ ਜਾਂ ਸਿੱਧੂ ਕੋਈ ਸਲੋ ਚੱਲਣ ਦੀ ਮੂਡ ਦੇ ਵਿੱਚ ਹੈਗੇ ਨੇ। ਜੀ ਭਾਸਕਰ ਸਾਹਿਬ, ਬਹੁਤ ਮਿਹਰਬਾਨੀ। ਕੁਝ ਨੁਕਤੇ ਹੈਗੇ ਨੇ ਲੇਕਿਨ ਸਮਾਂ ਬਹੁਤ ਹੋ ਗਿਆ। ਮੈਨੂੰ ਲੱਗਦਾ ਹੈ ਕਿ ਅਸੀਂ ਕੱਲ ਉਹਨਾਂ ਨੁਕਤਿਆਂ ਦੇ ਉੱਤੇ ਗੱਲ ਕਰਨ ਦੇ ਸਮਰੱਥ ਹੋਵਾਂਗੇ। ਬਹੁਤ ਮਿਹਰਬਾਨੀ। ਧੰਨਵਾਦ ਜੀ।